ਬੋਲੇ ਜੱਟ ਦੀ ਐਸੀ ਦੀ ਤੇਸੀ। ਤੂੰ ਮੈਨੂੰ ਆਪਣੇ ਪਿੰਡ ਦਾ ਨਾਂ ਦੱਸ ਵੇ, ਜੇ ਉਹਦਾ ਜਨਾਜ਼ਾ ਤੇਰੇ ਪਿੰਡ ਲੈ ਕੇ ਨਾਪਣਾ ਤੇ ਮੈਨੂੰ ਨੱਚਣੀ ਨਾ। बिस्मिल्लाहिर्रहमानिर्रहीम। अस्सलाम वालेकुम वरहमतुल्लाहि वबरकातुहू। जी व्यूअर्स, अज तुहाडे नाल एक फिल्म पाकिस्तानी मौला जट 1979 च बनी सी, ਉਹਦੀ एक ऐसी स्टोरी तुहाडे नाल शेयर करांगे कि ਉਹਦੇ ਵਿੱਚ सुल्तान राई साहब ਨੂੰ फिल्म वेख के गुस्सा क्यों आया, ਕਿਹੜੀ ऐसी चीज़ सी ਉਹਦੇ ਵਿੱਚ कि ਜਿਹਨੂੰ ਵੇਖ ਕੇ ਸੁਲਤਾਨ ਰਾਈ ਸਾਹਿਬ ਨੂੰ ਬੜਾ ਗੁੱਸਾ ਆਇਆ ਤੇ ਗੁੱਸੇ ਦੇ ਨਾਲ ਉਹ ਲਾਲ ਪੀਲੇ ਹੋ ਗਏ। ਤੇ ਆਓ ਜੇ ਚੈਨਲ ਤੇ ਨਵੇਂ ਹੋ ਤਾਂ ਮਿਹਰਬਾਨੀ ਕਰਨਾ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ। ਇਹ ਸਟੋਰੀ ਇਦਾਂ ਕਿ ਪਾਕਿਸਤਾਨੀ ਫਿਲਮ ਐਕਸ਼ਨ ਦੇ ਨਾਲ ਭਰਪੂਰ ਐਸੀ ਫਿਲਮ ਸੀ ਕਿ ਜਿਹਨੇ अगले पिछले सारे रिकॉर्ड तोड़ दिते। फिल्म इंडस्ट्री नूं पैरां ते खड़ा कीता इस फिल्म ने। फिल्म साज़ां नूं, अदाकारां नूं, सारियां ने इहदे विच चंगा पैसा कमाया। ये इस तरह की फिल्म सी ते ये पाकिस्तानी तारीख की कामयाब तरीन फिल्म सी। आओ इहदी स्टोरी दे बारे तुहानूं दसदे हां कि ये फिल्म सन 1979 दे विच बनी। बनने तो पहला कोई भी फिल्म आ ਉਹਨੂੰ ਰੀਚੈਕ ਕੀਤਾ ਜਾਂਦਾ, ਉਹਨੂੰ ਦੇਖਿਆ ਜਾਂਦਾ ਚਲਾ ਕੇ ਤੇ ਇਹਦੇ ਵਿੱਚ ਕੀ ਫਾਲਟ ਨੇ, ਕਿਸ ਤਰ੍ਹਾਂ ਨੇ, ਕੀ ਇਹਦੇ ਵਿੱਚ ਕਿੱਦਾਂ ਦੀ ਬਣੀ ਆ। ਤੇ ਇਹ ਫਿਲਮ ਜਿਸ ਵੇਲੇ ਬਣ ਕੇ ਤਿਆਰ ਹੋ ਜਾਂਦੀ ਆ, ਲੱਗਣ ਤੋਂ ਪਹਿਲਾਂ ਫਿਰ ਇਹ ਪ੍ਰੋਜੈਕਸ਼ਨ ਹਾਲ ਦੇ ਵਿੱਚ ਜਾਂਦੀ ਆ। ਪ੍ਰੋਜੈਕਸ਼ਨ ਵਾਲ ਤੇ ਇਹਨੂੰ ਚਲਾਉਂਦੇ ਨੇ, ਚਲਾ ਕੇ ਤੇ ਵੇਖਦੇ ਨੇ ਵੀ ਇਹਦੇ ਵਿੱਚ ਕਿਸ ਤਰ੍ਹਾਂ ਦੇ ਸਟੋਰੀ ਆ, ਕਿੱਦਾਂ ਬਣੀ। ਕਿਉਂਕਿ ਪੁਰਾਣੇ ਦੌਰ ਦੇ ਵਿੱਚ ਫਿਲਮ ਜਿਸ ਵੇਲੇ ਬਣਾਉਂਦੇ ਹੁੰਦੇ ਸੀ ਨਾ, ਉਹਨੂੰ ਨਾਲ ਨਹੀਂ ਚੈੱਕ ਕੀਤਾ ਜਾਂਦਾ ਸੀ, ਉਹ ਐਂਡ ਤੇ ਹੀ ਚੈੱਕ ਹੋ ਸਕਦੀ ਸੀ। ਹੁਣ ਤਾਂ ਜਦੀਦ ਦੌਰ ਆ ਗਿਆ ਨਾ, ਜਿਹੜੀ ਵੀ ਚੀਜ਼ ਤੁਸੀਂ ਬਣਾਉਂਦੇ ਹੋ ਉਹਨੂੰ ਉਸੇ ਟਾਈਮ ਚੈੱਕ ਕਰ ਸਕਦੇ ਹੋ ਨਾਲ। ਲੇਕਿਨ ਉਦੋਂ ਮੁਕੰਮਲ ਜਦੋਂ ਨਹੀਂ ਸੀ ਹੁੰਦੀ, ਉਦੋਂ ਤੱਕ ਉਹਨੂੰ ਤੁਸੀਂ ਦੇਖ ਨਹੀਂ ਸੀ ਸਕਦੇ ਹੁੰਦੇ। ਤੇ ਉਹ ਫਿਲਮ ਜਿਸ ਵੇਲੇ ਪ੍ਰੋਜੈਕਸ਼ਨ ਹਾਲ ਦੇ ਵਿੱਚ ਜਾਂਦੀ ਆ, ਉਹਨੂੰ ਪ੍ਰੋਜੈਕਸ਼ਨ ਵਾਲ ਤੇ ਚਲਾਉਂਦੇ ਨੇ। ਉਹਦੇ ਵਿੱਚ ਸੁਲਤਾਨ ਰਾਈ ਸਾਹਿਬ, ਯੂਨਸ ਮਲਕ ਸਾਹਿਬ ਜਿਹੜੇ ਹਦਾਇਤਕਾਰ ਹੁੰਦੇ ਨੇ, ਤੇ ਸਰਵਰ ਭੱਟੀ ਸਾਹਿਬ ਜਿਹੜੇ ਫਿਲਮ ਸਾਜ਼ ਹੁੰਦੇ ਨੇ, ਪ੍ਰੋਡਿਊਸਰ ਹੁੰਦੇ ਨੇ, ਤੇ ਮੁਸਤਫਾ ਕੁਰੈਸ਼ੀ ਸਾਹਿਬ ਜਿਹੜੇ ਵਿਲਨ ਹੁੰਦੇ ਨੇ ਇਸ ਫਿਲਮ ਦੇ। ਇਹ ਤੇ ਉਸ ਤੋਂ ਇਲਾਵਾ ਹੋਰ ਸਟੂਡੀਓ ਦੇ ਬਹੁਤ ਸਾਰੇ ਲੋਕ ਅੰਦਰ ਫਿਲਮ ਵੇਖਦੇ ਨੇ, ਬਹਿ ਕੇ ਤੇ ਵੇਖਦੇ ਨੇ। ਤੇ ਵੇਖ ਕੇ ਤੇ ਜਿਸ ਵੇਲੇ ਮੁਕੰਮਲ ਹੋ ਜਾਂਦੀ ਹੈ, ਸੁਲਤਾਨ ਰਾਏ ਸਾਹਿਬ ਗੁੱਸੇ ਦੇ ਨਾਲ ਅੱਗ ਭਗੋਲਾ ਹੋ ਜਾਂਦੇ ਨੇ, ਬਾਹਰ ਨਿਕਲਦੇ ਨੇ ਤੇ ਆ ਕੇ ਬਾਹਰ ਆਸਮਾਨ ਦੀ ਤਰਫ ਵੇਖ ਕੇ ਦੁਆ ਕਰਦੇ ਨੇ, ਅੱਲਾਹ ਤਾਲਾ ਕਿਹੜਾ ਮੌਕਾ ਸੀ, ਕਿਸ ਵਜ੍ਹਾ ਨਾਲ ਇਹ ਮੈਂ ਫਿਲਮ ਜੁਆਇਨ ਕਰ ਲਈ, ਇਹ ਤਾਂ ਫਿਲਮ ਫਲਾਪ ਹੋ ਜਾਏਗੀ, ਬਹੁਤ ਗਲਤ ਕੰਮ ਕੀਤਾ ਮੈਂ ਫਿਲਮ ਜੁਆਇਨ ਕਰਕੇ। ਉਸ ਵੇਲੇ ਫਿਰ ਨਾ ਗੁੱਸੇ ਦੇ ਵਿੱਚ ਉਹਨੇ ਨਾ ਯੂਨਸ ਮਲਕ ਸਾਹਿਬ ਨੂੰ, ਮੈਂ ਉਹਨੂੰ ਜੂਨੇ ਦੇ ਨਾਂ ਤੋਂ ਬੁਲਾਉਂਦੇ ਹੁੰਦੇ ਸੀ, ਗੁੱਸੇ ਦੇ ਵਿੱਚ ਉਹਨੂੰ ਕਹਿੰਦੇ ਉਹ ਜੂਨਿਆ ਬਾਹਰ ਆ। ਤੇ ਯੂਨਸ ਮਲਕ ਸਾਹਿਬ ਹਦਾਇਤਕਾਰ ਜਿਹੜੇ ਹੁੰਦੇ ਨੇ ਫੌਰਨ ਬਾਹਰ ਆਉਂਦੇ ਨੇ, ਆ ਕੇ ਤੇ ਕਹਿੰਦੇ ਜੀ ਸੁਲਤਾਨ ਰਾਈ ਸਾਹਿਬ। ਉਹ ਯੂਨਸ ਮਲਕ ਸਾਹਿਬ ਨੂੰ ਕਹਿੰਦੇ ਨੇ, ਯਾਰ ਇਹ ਕੀ ਜ਼ੁਲਮ ਤੁਸੀਂ ਕੀਤਾ ਮੇਰੇ ਨਾਲ, ਮੈਨੂੰ ਇਸ ਫਿਲਮ ਦੇ ਵਿੱਚ ਕਿਉਂ ਕਾਸਟ ਕੀਤਾ, ਬਹੁਤ ਵੱਡਾ ਤੁਸੀਂ ਜ਼ੁਲਮ ਕੀਤਾ ਮੇਰੇ ਨਾਲ। ਉਹ ਯੂਨਸ ਮਲਕ ਸਾਹਿਬ ਕਹਿੰਦੇ ਕਿਉਂ? ਉਹਨੇ ਕਿਹਾ ਇਸ ਸਟੋਰੀ ਦੀ ਫਿਲਮ ਦੀ ਜਿਹੜੀ ਆ ਐਂਡ ਜਿਹੜਾ ਇਹਦਾ ਉਹ ਸਹੀ ਨਹੀਂ ਹੈਗਾ। ਸਾਰੀ ਫਿਲਮ ਦੇ ਵਿੱਚ ਮੈਂ ਕਹਿੰਦਾ ਉਹ ਤੇਰੀ ਮੈਂ ਭੈਣ ਵਿਆਹ ਲਿਆਵਾਂਗਾ, ਉਹ ਤੇਰੀ ਮੈਂ ਲੱਤ ਕੱਟ ਦਿਆਂਗਾ, ਤੇਰੀ ਲੱਤ ਵੱਢ ਦਿਆਂਗਾ, ਤੇ ਐਂਡ ਤੇ ਤੁਸੀਂ ਇਹਦਾ ਕੀ ਐਂਡ ਕੀਤਾ ਜਿਹੜਾ ਸਹੀ ਨਹੀਂ ਲਿਖਿਆ ਗਿਆ, ਤੇ ਫਿਲਮ ਫਲਾਪ ਹੋ ਜਾਏਗੀ। ਯੂਨਸ ਮਲਕ ਸਾਹਿਬ ਵੀ ਫਿਰ ਫੌਰਨ ਗੁੱਸੇ ਦੇ ਵਿੱਚ ਵਾਪਸ ਜਾਂਦੇ ਨੇ, ਜਾ ਕੇ ਆਪਣੇ ਫਿਲਮ ਸਾਜ਼ ਜਿਹੜੇ ਹੁੰਦੇ ਨੇ ਸਰਵਰ ਭੱਟੀ ਸਾਹਿਬ, ਉਹਦੇ ਨਾਲ ਬੜਾ ਉਲਝ ਜਾਂਦੇ ਨੇ, ਗੁੱਸੇ ਦੇ ਵਿੱਚ ਗੱਲ ਕਰਦੇ ਨੇ। ਦੇਖੋ ਜੀ, ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਸੀ ਉਹੀ ਗੱਲ ਸੁਲਤਾਨ ਰਾਈ ਸਾਹਿਬ ਨੇ ਕਹੀ ਆ, ਤੁਸੀਂ ਕਿਉਂ ਨਹੀਂ ਮੇਰੀ ਗੱਲ ਮੰਨੀ, ਕਿਉਂ ਨਹੀਂ ਮੇਰੀ ਗੱਲ ਤੇ ਅਮਲ ਕੀਤਾ, ਦੇ ਲੋ ਇਹ ਫਿਲਮ ਫਲਾਪ ਹੋ ਜਾਏਗੀ। ਉਹ ਸੁਲਤਾਨ ਰਾਈ ਸਾਹਿਬ ਵੀ ਬਾਹਰ ਖੜੇ ਇਹੀ ਰੌਲਾ ਪਾਉਂਦੇ ਨੇ ਕਿ ਇਸ ਫਿਲਮ ਦਾ ਐਂਡ ਠੀਕ ਨਹੀਂ ਹੈਗਾ। ਤੇ ਉਹ ਫਿਰ ਫਿਲਮ ਸਾਜ਼ ਜਿਹੜੇ ਨੇ ਸਰਵਰ ਭੱਟੀ ਸਾਹਿਬ, ਉਹ ਯੂਨਸ ਮਲਕ ਸਾਹਿਬ ਨੂੰ ਕਹਿੰਦੇ ਨੇ ਫਿਲਮ ਸਾਜ਼ ਮੈਂ ਆ, ਤੁਸੀਂ ਨਹੀਂ ਹੈਗੇ, ਤੁਸੀਂ ਕੀ ਹੋ, ਤੁਸੀਂ ਹਦਾਇਤਕਾਰ ਹੋ ਨਾ, ਕਿਸ ਵਜ੍ਹਾ ਨਾਲ ਹਦਾਇਤਕਾਰ ਹੋ, ਮੇਰੀ ਵਜ੍ਹਾ ਨਾਲ। ਅਗਰ ਮੈਂ ਤੁਹਾਨੂੰ ਹੁਣ ਹਦਾਇਤਕਾਰੀ ਤੋਂ
ਹਟਾ ਦਿਆਂ ਤੇ ਤੁਸੀਂ ਹਦਾਇਤਕਾਰ ਨਹੀਂ ਰਹੋਗੇ। ਅਗਰ ਫਿਲਮ ਫਲਾਪ ਹੋਏਗੀ ਜਾਂ ਖਰਾਬ ਹੋਏਗੀ ਜਾਂ ਇਹ ਪੈਸਾ ਨਹੀਂ ਕਮਾਉਂਦੀ ਤੇ ਉਹ ਮੇਰੀ ਸਿਰਦਰਦੀ, ਮੇਰੀ ਕਿਸਮਤ ਆ ਨਾ। ਲੇਕਿਨ ਇਸ ਫਿਲਮ ਦੀ ਸਟੋਰੀ ਜਿਹਨੇ ਲਿਖੀ ਆ ਨਾਸਰ ਅਦੀਬ ਸਾਹਿਬ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਸਟੋਰੀ ਬਹੁਤ ਅੱਛੀ ਲਿਖੀ ਆ। ਨਾਸਰ ਅਦੀਬ ਸਾਹਿਬ ਨੇ, ਨਾਸਰ ਅਦੀਬ ਸਾਹਿਬ ਦੀ ਲਿਖੀ ਸਟੋਰੀ ਜਿਹੜੀ ਆ ਬੜੀ ਕਾਮਯਾਬ ਆ, ਮੈਂ ਇਹੀ ਸਟੋਰੀ ਰੱਖਾਂਗਾ। ਲੇਕਿਨ ਯੂਨਸ ਮਲਕ ਸਾਹਿਬ ਹਦਾਇਤਕਾਰ ਕਹਿੰਦੇ ਨੇ ਸਰਵਰ ਭੱਟੀ ਸਾਹਿਬ ਨੂੰ ਕਿ ਮੈਂ ਇਸ ਫਿਲਮ ਦਾ ਐਂਡ ਦਾ ਹਿੱਸਾ ਜਿਹੜਾ ਟੋਟਾ ਨਾ ਉਹ ਕੱਟ ਕੇ ਦੁਬਾਰਾ ਬਣਾ ਕੇ ਇਹਦੇ ਨਾਲ ਜੋੜ ਕੇ ਫਿਰ ਫਿਲਮ ਨੂੰ ਰਿਲੀਜ਼ ਕਰਾਂਗਾ। ਲੇਕਿਨ ਇਸ ਗੱਲ ਦੇ ਉੱਤੇ ਸਰਵਰ ਭੱਟੀ ਸਾਹਿਬ ਐਗਰੀ ਨਹੀਂ ਹੁੰਦੇ। ਉਹ ਕਹਿੰਦੇ ਮੈਂ ਇਸੇ ਤਰ੍ਹਾਂ ਫਿਲਮ ਚਲਾਵਾਂਗਾ। ਤੇ ਜਿਸ ਵੇਲੇ ਉਹ ਫਿਰ ਆਪਣੇ ਹਦਾਇਤਕਾਰ ਯੂਨਸ ਮਲਕ ਸਾਹਿਬ ਕਹਿੰਦੇ ਨੇ ਜਿਸ ਵੇਲੇ ਫਿਲਮ ਫਲਾਪ ਹੋ ਗਈ ਨਾ ਤੇ ਫਿਰ ਤੁਸੀਂ ਮੈਨੂੰ ਲੱਭਦੇ ਫਿਰਨਾ ਭਈ ਮਲਕ ਸਾਹਿਬ ਐਂਡ ਇਸ ਫਿਲਮ ਦਾ ਸਹੀ ਨਹੀਂ ਹੈਗਾ, ਇਸ ਦਾ ਟੋਟਾ ਜਿਹੜਾ ਦੁਬਾਰਾ ਬਣਾ ਕੇ ਤੇ ਇਹਦੇ ਨਾਲ ਜੋੜ ਕੇ ਤੇ ਇਸ ਫਿਲਮ ਨੂੰ ਕਾਮਯਾਬ ਕਰਾਈਏ। ਤੇ ਉਸ ਵੇਲੇ ਮੈਂ ਤੁਹਾਨੂੰ ਲੱਭਣਾ ਕੋਈ ਨਹੀਂ ਹੈਗਾ। ਲੇਕਿਨ ਜਿਹੜੇ ਨੇ ਆਪਣੇ ਸਰਵਰ ਭੱਟੀ ਸਾਹਿਬ ਫਿਲਮ ਸਾਜ਼ ਉਹ ਅੜੇ ਰਹਿੰਦੇ ਨੇ। ਉਹ ਕਹਿੰਦੇ ਨੇ ਨਹੀਂ, ਮੈਂ ਇਹ ਗੱਲ ਨਹੀਂ ਕਰਨੀ ਹੈਗੀ, ਜਿਵੇਂ ਦੀ ਵੀ ਫਿਲਮ ਆ, ਜਿਸ ਤਰ੍ਹਾਂ ਦੀ ਵੀ ਆ, ਮੈਂ ਇਸੇ ਤਰ੍ਹਾਂ ਇਹਨੂੰ ਚਲਾਣਾ, ਅੱਗੋਂ ਮੇਰੀ ਕਿਸਮਤ ਜੋ ਵੀ ਹੈ। ਤੇ ਲੇਕਿਨ ਜਿਸ ਵੇਲੇ ਉਹ ਫਿਰ ਫਿਲਮ ਚੱਲਦੀ ਆ ਤੇ ਫਿਰ ਸਿਨੇਮਿਆਂ ਦੇ ਵਿੱਚ ਰਿਲੀਜ਼ ਹੁੰਦੀ ਆ ਤੇ ਉਸ ਫਿਲਮ ਨੇ ਯਕੀਨ ਕਰੋ ਕੜਾਕੇ ਕੱਢ ਦਿੱਤੇ। ਉਸ ਫਿਲਮ ਨੇ ਇੰਨੀ ਕਮਾਈ ਕੀਤੀ, ਇੰਨੀ ਬਿਜ਼ਨਸ ਕੀਤਾ ਕਿ ਲੋਕ ਅਮੀਰ ਹੋ ਗਏ। ਵਿੱਚ ਅਦਾਕਾਰ, ਵਿੱਚ ਫਿਲਮ ਇੰਡਸਟਰੀ ਇਸ ਫਿਲਮ ਤੋਂ ਬਾਅਦ ਆਪਣੇ ਪੈਰਾਂ ਤੇ ਖੜੀ ਹੋ ਗਈ। ਐਕਸ਼ਨ ਫਿਲਮਾਂ ਦਾ ਭਰਪੂਰ ਫਿਰ ਦੌਰ ਸ਼ੁਰੂ ਹੋ ਗਿਆ। ਸੁਲਤਾਨ ਰਾਈ ਨੂੰ ਫਿਰ ਅਰੂਜ ਬਹੁਤ ਅੱਲਾਹ ਤਾਲਾ ਨੇ ਦਿੱਤਾ ਇਸ ਫਿਲਮ ਤੋਂ ਬਾਅਦ। ਬਸ ਫਿਰ ਸੁਲਤਾਨ ਰਾਈ ਚੜ੍ਹਦੇ ਹੀ ਗਏ। ਤੇ ਇਸ ਤੋਂ ਬਾਅਦ ਫਿਰ ਮੁਸਤਫਾ ਕੁਰੈਸ਼ੀ ਸਾਹਿਬ ਤੇ ਨਾਸਰ ਅਦੀਬ ਸਾਹਿਬ ਜਿਨ੍ਹਾਂ ਨੇ ਇਹ ਫਿਲਮ ਲਿਖੀ ਸੀ, ਰਾਈਟਰ ਆਂਦੇ ਨੇ ਉਹਨਾਂ ਦੇ ਕੋਲ ਆਪਣੇ ਫਿਲਮ ਸਾਜ਼ ਸਰਵਰ ਭੱਟੀ ਕੋ, ਕਹਿੰਦੇ ਦੇਖੋ ਜੀ ਅਗਰ ਤੁਸੀਂ ਯੂਨਸ ਮਲਕ ਤੇ ਸੁਲਤਾਨ ਰਾਈ ਦੀ ਗੱਲ ਮੰਨ ਕੇ ਤੇ ਇਸ ਫਿਲਮ ਦਾ ਟੋਟਾ ਐਂਡ ਕੱਟ ਦਿੰਦੇ ਤੇ ਫਿਰ ਫਿਲਮ ਫਲਾਪ ਹੋ ਜਾਣੀ ਸੀ। ਤੁਸੀਂ ਬਹੁਤ ਅੱਛਾ ਫੈਸਲਾ ਕੀਤਾ ਕਿ ਤੁਸੀਂ ਉਹਨਾਂ ਦੀ ਗੱਲ ਹੀ ਮੰਨੀ। ਤੇ ਆਪਣੇ ਜਿਹੜੇ ਨੇ ਫਿਲਮ ਸਾਜ਼ ਸਰਵਰ ਭੱਟੀ ਸਾਹਿਬ ਨੇ ਕਿਹਾ ਯੂਨਸ ਮਲਕ ਸਾਹਿਬ ਨੂੰ ਜਿਸ ਵੇਲੇ ਉਹ ਬਹਿਸ ਚੱਲ ਰਹੀ ਸੀ ਕਿ ਇਹ ਮੁਸਤਫਾ ਕੁਰੈਸ਼ੀ ਜਾਂ ਸੁਲਤਾਨ ਰਾਈ ਸਾਹਿਬ ਸਿਰਫ ਅਦਾਕਾਰ ਨੇ, ਤੁਸੀਂ ਹਦਾਇਤਕਾਰ ਹੋ, ਫਿਲਮ ਸਾਜ਼ ਮੈਂ ਆ, ਮਰਜ਼ੀ ਮੇਰੀ ਚੱਲਣੀ ਆ। ਤੇ ਇਸ ਵਾਸਤੇ ਉਹ ਉਸ ਟਾਈਮ ਫਿਰ ਐਂਡ ਤੇ ਅੜ ਗਏ ਸੀ ਸਰਵਰ ਭੱਟੀ ਸਾਹਿਬ, ਔਰ ਫਿਰ ਉਹਨਾਂ ਨੇ ਆਪਣੀ ਗੱਲ ਮਨਵਾਈ। ਤੇ ਇਸ ਫਿਲਮ ਦਾ ਜਿਹੜਾ ਐਂਡ ਸੀ ਨਾ ਉਹ ਕੋ ਅੱਛਾ ਨਹੀਂ ਸੀ, ਜਿਹਦੀ ਵਜ੍ਹਾ ਨਾਲ ਸੁਲਤਾਨ ਰਾਈ ਸਾਹਿਬ ਬਹੁਤ ਜ਼ਿਆਦਾ ਨਾਰਾਜ਼ ਹੋਏ ਸੀ। ਉਹ ਐਂਡ ਕੀ ਸੀ ਉਹਦਾ ਆਖਰ ਤੇ ਬੋਲ ਜਿਹੜੇ ਸੀ, ਕਿਉਂਕਿ ਸੁਲਤਾਨ ਰਾਈ ਸਾਹਿਬ ਇਹਦੇ ਵਿੱਚ ਟਾਈਟਲ ਰੋਲ ਕਰਦੇ ਨੇ ਤੇ ਮੁਸਤਫਾ ਕੁਰੈਸ਼ੀ ਸਾਹਿਬ ਵਿਲਨ ਦਾ ਕਿਰਦਾਰ ਅਦਾ ਕਰਦੇ ਨੇ। ਕਿਉਂਕਿ ਹੀਰੋ ਜਿਹੜਾ ਉਹ ਐਂਡ ਉਹਦਾ ਹੀਰੋ ਵਾਲਾ ਹੋਵੇ ਨਾ ਫਿਰ ਹੀ ਦੁਨੀਆ ਉਹਨੂੰ ਹੀਰੋ ਮੰਨਦੀ ਆ। ਤੇ ਉਹ ਇਸ ਵਜ੍ਹਾ ਨਾਲ ਸੁਲਤਾਨ ਰਾਜ ਸਾਹਿਬ ਬੜੇ ਪਰੇਸ਼ਾਨ ਹੋਏ ਸੀ। ਤੇ ਲੇਕਿਨ ਜਦੋਂ ਇਹ ਡਾਇਲਾਗ ਐਂਡ ਜਿਹੜਾ ਸੀ ਦਾ ਆਓ ਤੁਹਾਨੂੰ ਸੁਣਾਉਣਾ, ਜਦੋਂ ਬੋਲੇ ਗਏ ਤੇ ਸਿਨੇਮਾ ਦੇ ਵਿੱਚ ਸੀਟੀਆਂ ਤਾਲੀਆਂ ਵੱਜ ਗਈਆਂ ਔਰ ਫਿਲਮ ਇਹ ਫਿਰ ਕਾਮਯਾਬ ਹੋ ਗਈ ਸੀ। ਜੀਓ ਜੱਟਾ ਜਿਗਰ ਦਾ ਟੁਕੜਾ ਵੀ ਲੈ ਜਾ ਤੇ ਜਿਸਮ ਦਾ ਟੋਟਾ ਵੀ ਲੈ ਜਾ, ਤੂੰ ਇਸ ਲੱਤ ਨੂੰ ਆਪਣਾ ਇਨਸਾਫ ਸਮਝ ਕੇ ਲੈ ਜਾ, ਅਸੀਂ ਇਹਨੂੰ ਆਪਣੀ ਬਹਾਦਰੀ ਦਾ ਇਨਾਮ ਸਮਝ ਕੇ ਭੁੱਲ ਜਾਵਾਂਗੇ। ਜਿਸ ਵੇਲੇ ਇਹ ਲਫ਼ਜ਼ ਬੋਲਦਾ ਆਪਣੇ ਮੂੰਹ ਤੋਂ ਮੁਸਤਫਾ ਕੁਰੈਸ਼ੀ ਸਾਹਿਬ, ਫਿਰ ਹਾਲ ਦੇ ਵਿੱਚ ਤਾਲੀਆਂ ਵੱਜਦੀਆਂ ਨੇ, ਬੜਾ ਜਸ਼ਨ ਹੁੰਦਾ ਤੇ ਲੋਕ ਬੜਾ ਇਸ ਫਿਲਮ ਨੂੰ ਫਿਰ ਪਸੰਦ ਕਰਦੇ ਨੇ। ਅੱਲਾਹ ਤਾਲਾ ਆਪਣੇ ਹਿਫਜ਼ ਮਾਨ ਸਭ ਨੂੰ ਰੱਖੇ। ਉਮੀਦ ਹੈ ਸਟੋਰੀ ਤੁਹਾਨੂੰ ਪਸੰਦ ਆਈ ਹੋਏਗੀ। ਬੜੀ ਮਿਹਰਬਾਨੀ, ਸ਼ੁਕਰੀਆ। अस्सलाम वालेकुम व रहमतुल्लाहि व बरकातहू।